ਹੈਲੋ एवरीवन ਵੈਲਕਮ ਟੂ ਸਟੇ ਸ਼ੋਕਟ ਹੇਅਰ ਸਟੱਡੀ ਬਿਕਮਸ ਈਜ਼ੀਅਰ। ਤੇ ਜਿਵੇਂ ਤੁਹਾਨੂੰ ਪਤਾ ਜੀ ਪੰਜਾਬੀ ਗ੍ਰਾਮਰ ਸੀਰੀਜ਼ ਆਪਾਂ ਸ਼ੁਰੂ ਕੀਤੀ ਹੋਈ ਹੈ ਸਾਰੇ ਹੀ ਪੰਜਾਬ ਦੇ ਕੰਪੀਟੀਟਿਵ ਐਗਜ਼ਾਮਸ ਲਈ, ਜਿਹਦੇ ਵਿੱਚ ਪੰਜਾਬੀ ਗ੍ਰਾਮਰ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਤੇ ਹੁਣ ਤੱਕ ਆਪਾਂ ਜਿਹੜੀ ਕਿਰਿਆ ਵਿਸ਼ੇਸ਼ਣ ਜਿਹੜੀ ਕੰਪਲੀਟ ਕਰ ਚੁੱਕੇ ਹਾਂ। ਅੱਜ ਆਪਾਂ ਕਰਨ ਵਾਲੇ ਹਾਂ ਜੀ 6th ਟਾਈਪ ਸਬੰਧਕ। ਸਬੰਧਕ ਕਿਹੜਾ ਸ਼ਬਦ ਹੈ ਪਹਿਲਾਂ ਡਿਸਕਸ ਕਰ ਲੈਂਦੇ ਹਾਂ ਜੀ। ਸਬੰਧਕ ਵਿਕਾਰੀ ਹੈ ਜਾਂ ਅਵਿਕਾਰੀ। ਹੁਣ ਤੁਸੀਂ ਇਸ ਨੂੰ ਦੱਸ ਸਕਦੇ ਹੋ ਜੀ ਕਿਹੜਾ ਸ਼ਬਦ ਹੈ। ਇਹ ਹੈਗਾ ਜੀ ਅਵਿਕਾਰੀ ਸ਼ਬਦ। ਅਵਿਕਾਰੀ ਸ਼ਬਦ। ਤੇ ਜੇ ਤੁਹਾਨੂੰ ਇਹ ਚੀਜ਼ ਨਹੀਂ ਕਲੀਅਰ ਹੈ ਕਿ ਵਿਕਾਰੀ ਅਵਿਕਾਰੀ ਸ਼ਬਦ ਕੀ ਹੁੰਦੇ ਹਨ, ਤਾਂ ਇਸ ਦੇ ਰਿਗਾਰਡਿੰਗ ਵੀਡੀਓ ਆਪਣੇ ਚੈਨਲ ਤੇ ਅਪਲੋਡ ਕਰ ਦਿੱਤੀ ਹੈ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਤਾਂ ਸਬੰਧਕ ਹੈ ਜੀ ਇੱਕ ਅਵਿਕਾਰੀ ਸ਼ਬਦ। ਸਬੰਧਕ ਕੀ ਹੁੰਦਾ? ਦੇਖੋ ਸ਼ਬਦ ਹੈਗਾ ਸਬੰਧ। ਸਬੰਧਕ ਯਾਨੀ ਕਿ ਸਬੰਧ ਨੂੰ ਦਰਸਾਉਣ ਵਾਲਾ ਸ਼ਬਦ ਸਬੰਧਕ, ਜੋ ਦੋ ਵਾਕਾਂ ਦੇ ਵਿੱਚ ਸਬੰਧ ਨੂੰ ਪ੍ਰਗਟਾਵੇ, ਯਾਨੀ ਕਿ ਦੋ ਵਾਕਾਂ ਨੂੰ ਆਪਸ ਦੇ ਵਿੱਚ ਜੋੜੇ, ਉਹਨਾਂ ਦੇ ਵਿੱਚ ਸਬੰਧ ਨੂੰ ਦਰਸਾਏ, ਉਹਨੂੰ ਕਹਿੰਦੇ ਹਨ ਜੀ ਸਬੰਧਕ। ਜੋ ਸ਼ਬਦ ਵਾਕ ਵਿੱਚ ਨਾਂਵ, ਨਾਵਾਂ ਜਾਂ ਪੜਨਾਵਾਂ, ਇਹਦਾ ਮਤਲਬ ਇਹ ਹੈਗਾ ਕਿ ਨਾਮ ਨੂੰ ਪੜਨਾਂਵ ਨਾਲ ਜਾਂ ਦੋ ਨਾਵਾਂ ਨੂੰ ਜਾਂ ਦੋ ਪੜਨਾਵਾਂ ਨੂੰ ਆਪਸ ਦੇ ਵਿੱਚ ਪੜਨਾਵਾਂ ਦਾ ਸੰਬੰਧ ਦਰਸਾ ਕੇ ਆਪਸ ਵਿੱਚ ਜੋੜੇ, ਉਸਨੂੰ ਕਹਿੰਦੇ ਆ ਜੀ ਸਬੰਧਕ। ਜੋ ਸ਼ਬਦ ਵਾਕ ਵਿੱਚ ਨਾਵਾਂ ਜਾਂ ਪੜਨਾਵਾਂ ਦੇ ਸੰਬੰਧ ਨੂੰ ਦਰਸਾ ਕੇ ਉਹਨਾਂ ਨੂੰ ਆਪਸ ਵਿੱਚ ਜੋੜੇ, ਉਸਨੂੰ ਕਹਿੰਦੇ ਆ ਜੀ ਸਬੰਧਕ। ਕਿ ਸ਼ਬਦ ਦੂਸਰੇ ਨਾਮ ਦਾ ਇੱਕ ਦੂਸਰੇ ਨਾਮ ਨਾਲ, ਯਾਨੀ ਕਿ ਦੋ ਨਾਵਾਂ ਨੂੰ ਅਗਰ ਆਪਾਂ ਗੱਲ ਕਰ ਲਈਏ, ਇੱਕ ਨਾਮ ਦਾ ਦੂਸਰੇ ਨਾਮ ਨਾਲ ਸੰਬੰਧ ਦਰਸਾਉਂਦਾ ਹੈ, ਉਹ ਸ਼ਬਦ ਬਣ ਜਾਂਦਾ ਹੈ ਸਬੰਧਕ, ਜਿਹੜਾ ਉਹਦੇ ਨਾਲ ਸੰਬੰਧ ਦਰਸਾਏ। ਫੋਰ ਐਗਜ਼ਾਮਪਲ ਜਿਵੇਂ ਇਹ ਕਿਤਾਬ ਸ਼ਾਮ ਦੀ ਹੈ। ਤਾਂ ਇਹ ਕਿਤਾਬ ਕਿਸ ਦੀ ਹੈ? ਸ਼ਾਮ ਦੀ। ਤਾਂ ਸ਼ਾਮ ਤੇ ਕਿਤਾਬ ਦੇ ਵਿੱਚ ਸੰਬੰਧ ਕਿਹੜਾ ਸ਼ਬਦ ਦਰਸਾ ਰਿਹਾ ਜੀ? ਦੀ। ਤਾਂ ਇਹ ਹੋ ਗਿਆ ਸਬੰਧਕ। ਜਿਹੜਾ ਸਬੰਧਕ ਹੈ ਉਹ ਵਾਕ ਦੇ ਵਿੱਚ ਕਿਸੇ ਵੀ ਤਰ੍ਹਾਂ ਲਿਖਿਆ ਹੋ ਸਕਦਾ ਹੈ। ਤੁਹਾਨੂੰ ਇਹੀ ਵਾਕ ਜਿਹੜਾ ਇਸ ਤਰ੍ਹਾਂ ਵੀ ਲਿਖਿਆ ਹੋ ਸਕਦਾ ਹੈ, ਇਹ ਸ਼ਾਮ ਦੀ ਕਿਤਾਬ ਹੈ। ਤਾਂ ਇਹਦੇ ਵਿੱਚ ਵੀ ਇੱਦਾਂ ਤੁਹਾਨੂੰ ਜਿਹੜਾ ਵਾਕ ਵਿੱਚ ਲੱਭਣਾ ਜਿਹੜਾ ਥੋੜ੍ਹਾ ਹੋਰ ਈਜ਼ੀ ਹੋ ਜਾਂਦਾ ਹੈ ਕਿ ਇਹਨਾਂ ਦੋਨਾਂ ਨਾਵਾਂ ਦੇ ਵਿੱਚ ਜਿਹੜਾ ਸੰਬੰਧ ਦਰਸਾ ਰਿਹਾ ਉਹ ਸ਼ਬਦ ਕਿਹੜਾ ਹੈਗਾ? ਦੀ। ਇਹ ਵੀ ਕੀ ਹੈ? ਸਬੰਧਕ। ਇਸ ਤਰ੍ਹਾਂ ਤੁਸੀਂ ਇਹਦੀ ਐਗਜ਼ਾਮਪਲ ਦੇਖ ਸਕਦੇ ਹੋ। ਰਾਮ ਦਾ ਘਰ ਸਕੂਲ ਤੋਂ ਬਹੁਤ ਦੂਰ ਹੈ। ਤਾਂ ਸਕੂਲ ਔਰ ਰਾਮ ਦੇ ਘਰ ਦੇ ਵਿੱਚ ਜੋ ਸੰਬੰਧ ਦਰਸਾ ਰਿਹਾ ਉਹ ਸ਼ਬਦ ਕੀ ਹੈ ਜੀ? ਤੋਂ। ਤਾਂ ਇਹ ਕੀ ਬਣ ਜਾਂਦਾ ਹੈ? ਤਾਂ ਇਹ ਬਣ ਜਾਏਗਾ ਸਬੰਧਕ। ਹੁਣ ਇਸੇ ਵਾਕ ਨੂੰ ਆਪਾਂ ਫਿਰ ਜਿਹੜਾ ਕਿਸ ਤਰ੍ਹਾਂ ਲਿਖ ਸਕਦੇ ਹਾਂ? ਇਸ ਵਾਕ ਨੂੰ ਅਸੀਂ ਲਿਖ ਸਕਦੇ ਹਾਂ ਸਕੂਲ ਤੋਂ ਰਾਮ ਦਾ ਘਰ ਬਹੁਤ ਦੂਰ ਹੈ। ਤਾਂ ਇੱਥੇ ਫਿਰ ਤੋਂ ਕੀ ਹੈ ਜੀ? ਸਬੰਧਕ। ਲੇਕਿਨ ਇਸ ਵਾਕ ਦੇ ਵਿੱਚ ਇਸ ਨੂੰ ਲੱਭਣਾ ਥੋੜ੍ਹਾ ਈਜ਼ੀ ਹੋ ਰਿਹਾ ਕਿ ਇਹ ਦੋ ਨਾਵਾਂ ਦੇ ਵਿੱਚ ਸੰਬੰਧ ਜਿਹੜਾ ਉਹ ਕਿਹੜਾ ਸ਼ਬਦ ਦਰਸਾ ਰਿਹਾ ਹੈ? ਤੋਂ। ਤਾਂ ਦੋਨੇ ਹੀ ਵਾਕ ਸਹੀ ਹੈ ਤੇ ਦੋਨਾਂ ਹੀ ਵਾਕਾਂ ਦੇ ਵਿੱਚ ਤੋਂ ਜਿਹੜਾ ਸ਼ਬਦ ਹੈ ਉਹ ਸਬੰਧਕ ਦਾ ਕੰਮ ਕਰੇਗਾ। ਸਬੰਧਕ ਉਹ ਜੋ ਦੋ ਨਾਵਾਂ ਜਾਂ ਪੜਨਾਵਾਂ ਦੇ ਵਿੱਚ ਸੰਬੰਧ ਨੂੰ ਦਰਸਾ ਕੇ ਉਹਨਾਂ ਨੂੰ ਆਪਸ ਦੇ ਵਿੱਚ ਜੋੜੇ, ਉਹ ਸ਼ਬਦ ਬਣ ਜਾਂਦਾ ਹੈ ਸਬੰਧਕ। ਤਾਂ ਤੁਹਾਨੂੰ ਸਬੰਧਕ ਜਿਹੜਾ ਕਲੀਅਰ ਹੋਏਗਾ। ਉਦਾਹਰਨ ਦੇ ਤੌਰ ਤੇ ਤੁਸੀਂ ਕੁਝ ਲਿਖ ਸਕਦੇ ਹੋ ਇੱਥੇ, ਜਿਵੇਂ ਦਾ, ਦੇ, ਦੀਆਂ, ਤੋਂ, ਨੂੰ, ਲਈ, ਨੇ, ਨਾਲ, ਕੋਲ, ਰਾਹੀਂ, ਦੁਆਰਾ, ਦੇ ਵਿੱਚ, ਦੇ ਉੱਪਰ ਆਦਿ। ਦਾ, ਦੇ, ਦੀਆਂ, ਤੋਂ, ਨੂੰ, ਯਾਨੀ ਕਿ ਵਾਕ ਵਿੱਚ ਕੋਈ ਵੀ ਤੁਹਾਨੂੰ ਇਸ ਤਰ੍ਹਾਂ ਦਾ ਸ਼ਬਦ ਦਿਖਾਈ ਦਿੱਤਾ ਜਿਹੜਾ ਕਿ ਦੋ ਨਾਵਾਂ ਜਾਂ ਪੜਨਾਵਾਂ ਦੇ ਵਿੱਚ ਸੰਬੰਧ ਦਰਸਾ ਕੇ ਉਹਨਾਂ ਨੂੰ ਆਪਸ ਦੇ ਵਿੱਚ ਜੋੜ ਰਿਹਾ ਹੋਵੇ, ਉਹ ਬਣ ਜਾਏਗਾ ਸਬੰਧਕ। ਸਬੰਧਕ ਦੀਆਂ ਟਾਈਪਸ ਦੀ ਅਗਰ ਆਪਾਂ ਗੱਲ ਕਰ ਲਈਏ, ਹਾਂਜੀ, ਸਬੰਧਕ ਦੀਆਂ ਕਿਸਮਾਂ ਦੀ ਅਗਰ ਆਪਾਂ ਗੱਲ ਕਰ ਲਈਏ ਤਾਂ ਸਬੰਧਕ ਦੀਆਂ 3 ਕਿਸਮਾਂ ਹੁੰਦੀਆਂ ਨੇ। ਸਭ ਤੋਂ ਪਹਿਲੀ ਹੈ ਪੂਰਨ ਸਬੰਧਕ। ਦੂਸਰੀ ਟਾਈਪ ਹੈ ਅਪੂਰਨ ਸੰਬੰਧਕ। ਤੇ ਇਹਦੀ ਤੀਸਰੀ ਟਾਈਪ ਬਣ ਜਾਂਦੀ ਹੈ ਜੀ ਮਿਸ਼ਰਿਤ ਸੰਬੰਧਕ।
ਜਾਂ ਇਸਦਾ ਇੱਕ ਹੋਰ ਨਾਮ ਵੀ ਹੈਗਾ ਜੀ ਦੁਬਾਜਰੇ ਸੰਬੰਧਕ। ਪੂਰਨ ਸੰਬੰਧਕ, ਅਪੂਰਨ ਸੰਬੰਧਕ ਤੇ ਮਿਸ਼ਰਿਤ ਸੰਬੰਧਕ। ਹਾਂਜੀ, ਇਹ ਹੈਗੀਆਂ ਜੀ ਸੰਬੰਧਕ ਦੀਆਂ 3 ਕਿਸਮਾਂ, ਪੂਰਨ ਸੰਬੰਧਕ, ਅਪੂਰਨ ਸੰਬੰਧਕ ਤੇ ਮਿਸ਼ਰਿਤ ਸੰਬੰਧਕ। ਹੁਣ ਇੱਕ ਇੱਕ ਕਿਸਮ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ। ਹਾਂਜੀ, ਪੂਰਨ ਸੰਬੰਧਕ ਜਿਹੜੀ ਫਸਟ ਟਾਈਪ ਹੈ, ਇਹਦੀ ਤੁਸੀਂ ਡੈਫੀਨੇਸ਼ਨ ਲਿਖ ਸਕਦੇ ਹੋ ਕਿ ਜਦੋਂ ਵਾਕ ਵਿੱਚ ਨਾਵਾਂ ਜਾਂ ਪੜ੍ਹਨਾਵਾਂ ਵਿਚਕਾਰ ਸੰਬੰਧ ਦਰਸਾਉਂਦੇ ਹੋਏ ਆਪਸ ਵਿੱਚ ਜੋੜਨ ਵਾਲਾ ਸ਼ਬਦ ਇਕੱਲਾ ਹੀ ਪ੍ਰਯੋਗ ਹੋਵੇ ਉਸਨੂੰ ਅਸੀਂ ਕਹਿੰਦੇ ਹਾਂ ਜੀ ਪੂਰਨ ਸੰਬੰਧਕ। ਜਦੋਂ ਵਾਕ ਵਿੱਚ ਨਾਵਾਂ ਜਾਂ ਪੜ੍ਹਨਾਵਾਂ ਵਿਚਕਾਰ ਸੰਬੰਧ ਦਰਸਾਉਂਦੇ ਹੋਏ ਆਪਸ ਵਿੱਚ ਜੋੜਨ ਵਾਲਾ ਸ਼ਬਦ ਇਕੱਲਾ ਹੀ ਪ੍ਰਯੋਗ ਹੋਵੇ ਉਸਨੂੰ ਕਿਹਾ ਜਾਂਦਾ ਹੈ ਜੀ ਪੂਰਨ ਸੰਬੰਧਕ। ਉਦਾਹਰਨ ਦੇਖੋ ਇਸ ਦੀ, ਜਿਵੇਂ ਰਾਮ ਨੂੰ ਜਾਣ ਦਿਓ, ਤਾਂ ਇਹਦੇ ਵਿੱਚ ਨੂੰ ਜਿਹੜਾ ਸ਼ਬਦ ਹੈ ਇਹ ਕੀ ਹੋਏਗਾ ਜੀ, ਇਹ ਬਣ ਜਾਏਗਾ ਸਾਡਾ ਸੰਬੰਧਕ। ਰਾਮ ਨੂੰ ਜਾਣ ਦਿਓ, ਇਹਦੇ ਵਿੱਚ ਨੂੰ ਸ਼ਬਦ ਜੋ ਹੈ ਉਹ ਹੈ ਸੰਬੰਧਕ। ਇਹਦੇ ਵਿੱਚ ਤੁਹਾਨੂੰ ਕਨਫਿਊਜ਼ਨ ਹੋ ਰਹੀ ਹੋਏਗੀ ਕਿ ਇਹਦੇ ਵਿੱਚ ਰਾਮ ਜੋ ਹੈ ਇੱਕ ਨਾਮ ਹੈ, ਲੇਕਿਨ ਇਹਦੇ ਵਿੱਚ ਦੂਜਾ ਨਾਮ ਜਿਹੜਾ ਇੱਥੇ ਸਾਨੂੰ ਨਹੀਂ ਦਿਖ ਰਿਹਾ, ਜਿਹਦੇ ਵਿੱਚ ਜਿਹੜੇ ਦੋ ਨਾਮਾਂ ਦੇ ਵਿੱਚ ਆਪਸ ਦੇ ਵਿੱਚ ਸੰਬੰਧ ਜਿਹੜਾ ਦਰਸਾਇਆ ਗਿਆ ਹੋਵੇ, ਯਾਨੀ ਕਿ ਸੰਬੰਧ ਦਰਸਾਉਂਦਾ ਹੋਇਆ ਦੂਸਰਾ ਨਾਮ ਕਿੱਥੇ ਹੈ। ਤਾਂ ਦੇਖੋ ਕੁਛ ਚੀਜ਼ਾਂ ਹੁੰਦੀਆਂ ਜੋ ਅੰਡਰਸਟੂਡ ਹੁੰਦੀਆਂ ਨੇ ਕਿ ਹਰ ਇੱਕ ਚੀਜ਼ ਦੂਸਰਾ ਨਾਮ ਕਈ ਵਾਰ ਲਿਖਣ ਦੀ ਜ਼ਰੂਰਤ ਨਹੀਂ ਹੁੰਦੀ, ਉਹ ਆਪਾਂ ਨੂੰ ਅੰਡਰਸਟੂਡ ਹੁੰਦਾ, ਤਾਂ ਉਹਦੇ ਕਰਕੇ ਕਈ ਵਾਰ ਇੱਕ ਨਾਮ ਜਿਹੜਾ ਉਹ ਮਿਸਿੰਗ ਵੀ ਹੁੰਦਾ, ਪਰ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਨੂੰ ਸ਼ਬਦ ਜਿਹੜਾ ਉਹ ਸੰਬੰਧਕ ਨਹੀਂ ਹੈ। ਇਸੇ ਸੈਂਟੈਂਸ ਨੂੰ ਤੁਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹੋ, ਰਾਮ ਨੂੰ ਉਸ ਦੇ ਘਰ ਜਾਣ ਦਿਓ। ਇਹਦਾ ਮਤਲਬ ਇਹ ਸੀਗਾ ਕਿ ਰਾਮ ਨੂੰ ਜਾਣ ਦਿਓ ਦਾ ਮਤਲਬ ਕਿ ਉਹ ਕੋਈ ਇੱਕ ਜਗ੍ਹਾ ਜਾਂ ਕੋਈ ਸਥਾਨ ਤਾਂ ਹੋਏਗਾ ਜਿੱਥੇ ਰਾਮ ਨੂੰ ਜਾਣ ਲਈ ਕਿਹਾ ਜਾ ਰਿਹਾ ਹੈ, ਤਾਂ ਉਹ ਸਥਾਨ ਆਲਰੇਡੀ ਕੋਈ ਨਾ ਕੋਈ ਸਥਾਨ ਜ਼ਰੂਰ ਹੋਏਗਾ, ਬਿਨਾਂ ਕਿਸੇ ਸਥਾਨ ਤੋਂ ਇਹ ਵਾਕ ਨਹੀਂ ਹੈ, ਤਾਂ ਉਹ ਦੂਸਰਾ ਸਥਾਨ ਆਲਰੇਡੀ ਅੰਡਰਸਟੂਡ ਕਰ ਲਿੱਤਾ ਗਿਆ ਅਤੇ ਉਹ ਜਿਹੜਾ ਨਾਮ ਸੀ ਇੱਥੇ ਮਿਸਿੰਗ ਸੀ। ਲੇਕਿਨ ਉਸੇ ਗੱਲ ਨੂੰ ਅਗਰ ਆਪਾਂ ਖੋਲ੍ਹ ਕੇ ਲਿਖ ਦਈਏ, ਰਾਮ ਨੂੰ ਉਸਦੇ ਘਰ ਜਾਣ ਦਿਓ, ਤਾਂ ਹੁਣ ਨੂੰ ਤੁਹਾਨੂੰ ਸੰਬੰਧਕ ਪਹਿਚਾਨਣਾ ਮੁਸ਼ਕਿਲ ਨਹੀਂ ਹੋਏਗਾ। ਅਤੇ ਹੁਣ ਤੁਹਾਨੂੰ ਨੂੰ ਐਜ਼ ਅ ਸੰਬੰਧਕ ਪਹਿਚਾਨਣਾ ਮੁਸ਼ਕਿਲ ਨਹੀਂ ਹੋਏਗਾ, ਕਿਉਂਕਿ ਹੁਣ ਰਾਮ ਅਤੇ ਉਸਦਾ ਘਰ ਦੋਨੋਂ ਨਾਮ ਸਾਫ਼-ਸਾਫ਼ ਵਾਕ ਵਿੱਚ ਦਿਖਾਈ ਦੇ ਰਹੇ ਨੇ। ਤਾਂ ਇਸ ਤਰ੍ਹਾਂ ਵੀ ਤੁਹਾਨੂੰ ਸੈਂਟੈਂਸ ਆ ਸਕਦੇ ਅਤੇ ਇਸ ਤਰ੍ਹਾਂ ਵੀ ਆ ਸਕਦਾ, ਲੇਕਿਨ ਦੋਨਾਂ ਹੀ ਕੇਸ ਦੇ ਵਿੱਚ ਨੂੰ ਸ਼ਬਦ ਸੰਬੰਧਕ ਦਾ ਕੰਮ ਕਰ ਰਿਹਾ ਅਤੇ ਨੂੰ ਸ਼ਬਦ ਇਕੱਲਾ ਹੀ ਪ੍ਰਯੋਗ ਹੋ ਰਿਹਾ, ਇਸ ਲਈ ਇਹ ਬਣ ਜਾਂਦੀ ਹੈ ਪੂਰਨ ਸੰਬੰਧਕ। ਤਾਂ ਆਈ ਹੋਪ ਤੁਹਾਨੂੰ ਪੂਰਨ ਸੰਬੰਧਕ ਕਲੀਅਰ ਹੋਏਗਾ ਜੀ, ਜਿਹਦੇ ਵਿੱਚ ਇਕੱਲਾ ਹੀ ਸੰਬੰਧਕ ਪ੍ਰਯੋਗ ਕੀਤਾ ਜਾਵੇ ਉਹ ਬਣ ਜਾਂਦਾ ਪੂਰਨ ਸੰਬੰਧਕ। ਇਸਦੀਆਂ ਕੁਛ ਹੋਰ ਟਾਈਪਸ ਵੀ ਤੁਸੀਂ ਇੱਥੇ ਲਿਖ ਸਕਦੇ ਹੋ। ਸਾਰੇ ਹੀ ਇਕੱਲੇ ਸ਼ਬਦ ਜੋ ਪਿੱਛੇ ਆਪਾਂ ਹੁਣ ਸਾਰੇ ਸ਼ਬਦ ਲਿਖ ਕੇ ਚੁੱਕੇ ਹਾਂ ਜੀ, ਉਹਦੇ ਵਿੱਚੋਂ ਜਿਸ ਤਰ੍ਹਾਂ ਦਾ, ਦੇ, ਦੀ, ਤੋਂ, ਕੋਲੋਂ ਆਦਿ, ਤਾਂ ਉਹ ਸਾਰੇ ਸ਼ਬਦ ਕੀ ਨੇ ਜੀ, ਇਹ ਪੂਰਨ ਸੰਬੰਧਕ, ਕਿਉਂਕਿ ਸਾਰੇ ਹੀ ਇਕੱਲੇ ਪ੍ਰਯੋਗ ਹੁੰਦੇ ਹੈ, ਇਹ ਸਾਰੇ ਕੀ ਬਣ ਜਾਣਗੇ ਪੂਰਨ ਸੰਬੰਧਕ। ਹੁਣ ਇਸ ਦੀ ਆਪਾਂ ਕਰਦੇ ਹਾਂ ਸੈਕਿੰਡ ਟਾਈਪ, ਅਪੂਰਨ ਸੰਬੰਧਕ। ਜੋ ਸ਼ਬਦ ਵਾਕ ਵਿੱਚ ਇਕੱਲਾ ਪ੍ਰਯੋਗ ਹੋ ਕੇ ਸੰਬੰਧ ਦਰਸਾ ਨਾ ਸਕੇ, ਬਲਕਿ ਉਹਨੂੰ ਕਿਸੇ ਹੋਰ ਦੇ ਨਾਲ ਆ ਕੇ ਸੰਬੰਧ ਦਰਸਾਉਣ ਦੀ ਲੋੜ ਪਵੇ, ਉਹਨੂੰ ਕਹਿੰਦੇ ਆ ਜੀ ਅਪੂਰਨ ਸੰਬੰਧਕ। ਜੋ ਸ਼ਬਦ ਵਾਕ ਵਿੱਚ ਨਾਵਾਂ ਜਾਂ ਪੜ੍ਹਨਾਵਾਂ ਵਿਚਕਾਰ ਸੰਬੰਧ ਦਰਸਾ ਕੇ ਆਪਸ ਵਿੱਚ ਜੋੜਨ ਲਈ ਇਕੱਲੇ ਪ੍ਰਯੋਗ ਨਾ ਹੋ ਸਕਣ, ਕਿਸੇ ਹੋਰ ਸੰਬੰਧਕ ਦੀ ਸਹਾਇਤਾ ਲਈ ਜਾਂ ਕਿਸੇ ਹੋਰ ਸੰਬੰਧਕ ਦੀ ਸਹਾਇਤਾ ਨਾਲ ਪ੍ਰਯੋਗ
ਕੀਤੇ ਜਾਣ। ਤਾਂ ਜੋ ਸ਼ਬਦ ਵਾਕ ਵਿੱਚ ਨਾਵਾਂ ਜਾਂ ਪੜਨਾਵਾਂ ਵਿਚਕਾਰ ਸੰਬੰਧ ਦਰਸਾਉਣ ਤੇ ਉਹਨਾਂ ਨੂੰ ਆਪਸ ਵਿੱਚ ਜੋੜਨ ਲਈ ਇਕੱਲੇ ਪ੍ਰਯੋਗ ਨਾ ਹੋ ਸਕਣ, ਬਲਕਿ ਕਿਸੇ ਹੋਰ ਸੰਬੰਧਕ ਦੀ ਸਹਾਇਤਾ ਦੇ ਨਾਲ ਆ ਕੇ ਪ੍ਰਯੋਗ ਹੋਣ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਅਪੂਰਨ ਸੰਬੰਧਕ। ਉਦਾਹਰਨ ਦੇਖੋ ਇਸ ਦੀ, ਜਿਵੇਂ ਉਦਾਹਰਨ ਹੈਗੀ ਹੈ ਰਾਮ ਦਾ ਘਰ ਸਕੂਲ ਤੋਂ ਦੂਰ ਹੈ। ਤਾਂ ਇਹਦੇ ਵਿੱਚ ਰਾਮ ਦਾ ਘਰ ਸਕੂਲ ਤੋਂ ਦੂਰ ਹੈ, ਤਾਂ ਤੋਂ ਦੂਰ ਇਹ ਜਿਹੜਾ ਸ਼ਬਦ ਜਿਹੜਾ ਦੋਨਾਂ ਦੇ ਵਿੱਚ ਸੰਬੰਧ ਦਰਸਾ ਰਿਹਾ ਹੈ, ਇਹ ਬਣ ਜਾਂਦਾ ਜੀ ਅਪੂਰਨ ਸੰਬੰਧਕ। ਅਪੂਰਨ ਸੰਬੰਧਕ। ਇਸੇ ਲਈ ਜਦ ਮੈਂ ਤੁਹਾਨੂੰ ਸਿਰਫ ਸੰਬੰਧਕ ਕਲੀਅਰ ਕੀਤਾ ਸੀ ਤਾਂ ਤੁਹਾਨੂੰ ਸਿਰਫ ਉੱਥੇ ਤੋਂ ਬਾਰੇ ਜਿਹੜੀ ਇਨਫੋਰਮੇਸ਼ਨ ਦਿੱਤੀ ਸੀ। ਹੁਣ ਆਪਾਂ ਅਪੂਰਨ ਸੰਬੰਧਕ ਵੀ ਜਿਹੜੀ ਆ ਉਹ ਕਲੀਅਰ ਕਰ ਲਿੱਤਾ ਹੈ ਕਿ ਅਪੂਰਨ ਸੰਬੰਧਕ ਕੀ ਹੁੰਦਾ, ਜਦੋਂ ਦੋ ਸੰਬੰਧਕ ਆਪਸ ਵਿੱਚ ਇਕੱਠੇ ਆ ਕੇ ਫਿਰ ਪੂਰਾ ਜਿਹੜਾ ਦੋ ਨਾਵਾਂ ਦੇ ਵਿਚਕਾਰ ਸੰਬੰਧ ਦਰਸਾਉਂਦੇ ਨੇ, ਉਹਨੂੰ ਆਪਾਂ ਕਹਿੰਦੇ ਹਾਂ ਅਪੂਰਨ ਸੰਬੰਧਕ। ਹਾਂਜੀ, ਨੈਕਸਟ ਆਪਣੀ ਥਰਡ ਟਾਈਪ ਆ ਜਾਂਦੀ ਹੈ ਮਿਸ਼ਰਿਤ ਸੰਬੰਧਕ। ਮਿਸ਼ਰਿਤ ਸੰਬੰਧਕ ਦਾ ਅਰਥ ਕੀ ਹੈ ਕਿ ਉਹ ਸ਼ਬਦ ਦਾ ਪਹਿਲਾਂ ਤੁਹਾਨੂੰ ਦੱਸ ਦੇਵਾਂ, ਇੱਕ ਹੋਰ ਨਾਮ ਵੀ ਹੈਗਾ ਜੀ ਦੁਬਾਜਰੇ ਸੰਬੰਧਕ। ਇਸ ਦਾ ਅਰਥ ਕੀ ਹੈ ਜੀ ਕਿ ਜਦੋਂ ਜਿਹੜੇ ਸੰਬੰਧਕ ਸ਼ਬਦ ਹੈ ਉਹ ਕਦੀ ਪੂਰਨ ਸੰਬੰਧਕ ਦਾ ਕੰਮ ਕਰੇ ਤੇ ਕਦੀ ਅਪੂਰਨ ਸੰਬੰਧਕ ਦਾ ਕੰਮ ਕਰੇ, ਯਾਨੀ ਕਿ ਦੋਨਾਂ ਹੀ ਤਰ੍ਹਾਂ ਦਾ ਕੰਮ ਕਰ ਸਕਦਾ ਹੋਵੇ, ਉਹ ਬਣ ਜਾਂਦਾ ਜੀ ਸਾਡਾ ਮਿਸ਼ਰਿਤ ਸੰਬੰਧਕ। ਜਦੋਂ ਸ਼ਬਦ ਪੂਰਨ ਅਤੇ ਅਪੂਰਨ ਸੰਬੰਧਕ ਦੀ ਤਰ੍ਹਾਂ ਪ੍ਰਯੋਗ ਹੋ ਸਕਦਾ ਹੈ। ਜਿਵੇਂ ਮੋਹਨ ਕੋਲੋਂ ਪੁਸਤਕ ਲਓ। ਮੋਹਨ ਕੋਲੋਂ ਪੁਸਤਕ ਲਓ, ਤਾਂ ਕੋਲੋਂ ਸ਼ਬਦ ਕੀ ਹੋ ਗਿਆ ਜੀ ਇਹਦੇ ਵਿੱਚ ਸੰਬੰਧਕ। ਕੋਲੋਂ ਸ਼ਬਦ ਕੀ ਹੋ ਗਿਆ ਸੰਬੰਧਕ। ਕੋਲੋਂ ਸੰਬੰਧਕ। ਅਗਰ ਇਸੇ ਵਾਕ ਨੂੰ ਅਸੀਂ ਇਸ ਤਰ੍ਹਾਂ ਵੀ ਲਿਖ ਸਕਦੇ ਹਾਂ, ਮੋਹਨ ਦੇ ਕੋਲੋਂ ਪੁਸਤਕ ਲਓ। ਤੇ ਹੁਣ ਇਸ ਵਾਕ ਦੇ ਵਿੱਚ ਦੇ ਕੋਲੋਂ ਇਕੱਠਾ ਸ਼ਬਦ ਆ ਗਿਆ ਜੀ, ਇਹ ਦੋ ਸੰਬੰਧਕ ਇਕੱਠੇ ਆ ਗਏ ਤਾਂ ਇਹਦੇ ਵਿੱਚ ਦੇ ਕੋਲੋਂ ਸ਼ਬਦ ਜਿਹੜਾ ਹੈ ਉਹ ਸੰਬੰਧਕ ਬਣੇਗਾ ਤੇ ਉਹ ਕਿਹੜਾ ਸੰਬੰਧਕ ਹੋਏਗਾ? ਅਪੂਰਨ ਸੰਬੰਧਕ। ਅਪੂਰਨ ਸੰਬੰਧਕ। ਲੇਕਿਨ ਉੱਪਰ ਵਿੱਚ ਜਦੋਂ ਕੋਲੋਂ ਸੀ ਤਾਂ ਇਹ ਕਿਹੜਾ ਸੰਬੰਧਕ ਸੀ? ਇਹ ਸੀਗਾ ਜੀ ਪੂਰਨ ਸੰਬੰਧਕ। ਲੇਕਿਨ ਨੀਚੇ ਦੇ ਕੋਲੋਂ ਕੀ ਬਣ ਗਿਆ? ਅਪੂਰਨ ਸੰਬੰਧਕ। ਤਾਂ ਇਸ ਤਰ੍ਹਾਂ ਜੋ ਸੰਬੰਧਕ ਕਦੀ ਪੂਰਨ ਦੇ ਤੌਰ ਤੇ ਆ ਕੇ ਤੇ ਕਦੀ ਅਪੂਰਨ ਦੇ ਤੌਰ ਤੇ ਆ ਕੇ ਪ੍ਰਯੋਗ ਹੋ ਸਕਣ, ਉਹ ਬਣ ਜਾਂਦੇ ਆ ਜੀ ਮਿਸ਼ਰਿਤ ਸੰਬੰਧਕ। ਤੇ ਇਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕੋਲੋਂ ਤਾਂ ਹੈ ਹੀ, ਇਸ ਦੇ ਨਾਲ ਕੱਲਾ ਕੋਲੋਂ ਪ੍ਰਯੋਗ ਹੋਏਗਾ ਤਾਂ ਪੂਰਨ, ਅਗਰ ਇਸ ਦੇ ਨਾਲ ਦੇ ਵੀ ਲੱਗ ਸਕਦਾ ਤਾਂ ਇਹ ਬਣ ਜਾਏਗਾ ਮਿਸ਼ਰਿਤ ਸੰਬੰਧਕ। ਤਾਂ ਇੱਕ ਵਾਰ ਕੋਲੋਂ ਪੂਰਨ ਹੈ, ਦੂਸਰੀ ਵਾਰ ਕੋਲੋਂ ਅਪੂਰਨ ਹੈ, ਤੇ ਇਸ ਤਰ੍ਹਾਂ ਇਹ ਬਣ ਜਾਂਦਾ ਜੀ ਮਿਸ਼ਰਿਤ ਸੰਬੰਧਕ ਜਾਂ ਦੁਬਾਜਰੇ ਸੰਬੰਧਕ। ਤੁਹਾਨੂੰ ਸੰਬੰਧਕ ਜਿਹੜਾ ਡਿਟੇਲ ਦੇ ਵਿੱਚ ਕਲੀਅਰ ਹੋ ਚੁੱਕਿਆ ਹੋਏਗਾ, ਪੂਰਨ ਸੰਬੰਧਕ, ਅਪੂਰਨ ਸੰਬੰਧਕ ਤੇ ਮਿਸ਼ਰਿਤ ਸੰਬੰਧਕ ਕੀ ਹੁੰਦੇ ਆ। ਸਭ ਤੋਂ ਪਹਿਲਾਂ ਆਪਾਂ ਸੰਬੰਧਕ ਦਾ ਮੀਨਿੰਗ ਕਲੀਅਰ ਕੀਤਾ, ਟਾਈਪਸ ਕਲੀਅਰ ਕੀਤੀਆਂ। ਤੁਹਾਨੂੰ ਕਨਸੈਪਟ ਚੰਗੀ ਤਰ੍ਹਾਂ ਸਮਝ ਆ ਗਏ ਹੈ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰੋ, ਵੱਧ ਤੋਂ ਵੱਧ ਸ਼ੇਅਰ ਕਰੋ ਤੇ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਆਪਣਾ ਫੀਡਬੈਕ ਮੈਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦਿਓ। ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਓ, ਜਿਸ ਨਾਲ ਤੁਹਾਨੂੰ ਆਉਣ ਵਾਲੀ ਸਾਰੀ ਵੀਡੀਓਜ਼ ਦੀ ਅਪਡੇਟ ਟਾਈਮ ਸਿਰ ਤੇ ਸਭ ਤੋਂ ਪਹਿਲਾਂ ਮਿਲੇਗੀ। ਤੁਸੀਂ ਫੇਸਬੁੱਕ ਔਰ ਟੈਲੀਗ੍ਰਾਮ ਤੇ ਵੀ ਫੋਲੋ ਕਰ ਸਕਦੇ ਹੋ, ਉਸਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚੋਂ ਮਿਲ ਜਾਏਗਾ। ਥੈਂਕ ਯੂ।